बिस्मिल्लाहिर्रहमानिर्रहीम। अरशद लोधी काम ਦੀਆਂ ਗੱਲਾਂ ਨਾਲ ਹਾਜ਼ਰ ਖਿਦਮਤ ਹੈ। ਕੀ ਹਾਲ ਜੇ? ਠੀਕ ਠਾਕ ਹੋ? ਖਰੀਅਤ ਨਾਲ ਹੋ? ਲੋ ਫਿਰ ਤੁਹਾਨੂੰ ਅੱਜ ਇੱਕ ਹਲਵੇ ਵਾਲੇ ਬਾਦਸ਼ਾਹ ਦੀ ਗੱਲ ਸੁਣਾਈਏ। ਬੜੀ ਮਜ਼ੇਦਾਰ, ਬੜੀ ਇੰਟਰਸਟਿਡ ਗੱਲ ਹੈਗੀ ਹੈ ਅਤੇ ਸੁਣੋਗੇ ਤਾਂ ਇਨਸ਼ਾ ਅੱਲਾਹ ਤਾਲਾ ਮਜ਼ਾ ਆਏਗਾ। ਲੇਕਿਨ ਸਿਰਫ ਸੁਣਨ ਵਾਲੀ ਨਹੀਂ ਹੈਗੀ, ਗੌਰ ਕਰਨ ਵਾਲੀ ਵੀ ਹੈਗੀ ਹੈ। ਬੜੀ ਹਿਕਮਤ ਭਰੀ ਹੈਗੀ ਹੈ ਅਤੇ ਮਤਲਬ ਜਿਹੜਾ ਗੌਰ ਕਰੇਗਾ ਉਹਨੂੰ ਸਮਝ ਵੀ ਆ ਜਾਏਗੀ ਕਿ ਮੈਂ ਕੀ ਕਹਿਣਾ ਚਾਹ ਰਿਹਾ। ਦੋਸਤੋ, ਇੱਕ ਜਲਾਇਆ ਸੀ ਜਿਹਨੂੰ ਅਨਸਾਰੀ ਕਹਿੰਦੇ ਨੇ, ਬੜੀ ਸਾਦੀ ਜਿਹੀ ਕੌਮ ਹੈਗੀ। ਇਹ ਪੁਰਾਣੇ ਵਕਤ ਦੀ ਗੱਲ ਹੈ ਜਦੋਂ ਬਾਦਸ਼ਾਹਤਾਂ ਹੁੰਦੀਆਂ ਸਨ ਅਤੇ ਉਹ ਇੱਕ ਮੁਲਕ ਦੇ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਉਹਨੇ ਦੇਖਿਆ ਇੱਕ ਜਗ੍ਹਾ 'ਤੇ ਬਹੁਤ ਜ਼ਿਆਦਾ ਮਜਮਾ ਇਕੱਠਾ ਹੋਇਆ ਅਤੇ ਉਹਨੇ ਕਿਸੇ ਨੂੰ ਪੁੱਛਿਆ ਕਿ ਯਾਰ ਕੀ ਮਸਲਾ ਹੈਗਾ, ਇੱਥੇ ਦੁਨੀਆ ਸਾਰੀ ਇਕੱਠੀ ਹੋਈ ਹੈ, ਖੈਰ ਹੈ? ਅਤੇ ਉਹਨਾਂ ਨੇ ਦੱਸਿਆ ਕਿ ਭਾਈ ਇਹ ਸਾਡੇ ਮੁਲਕ ਦੇ ਵਿੱਚ ਰਿਵਾਜ ਹੈ ਕਿ ਸਾਡਾ ਬਾਦਸ਼ਾਹ ਜਿਹੜਾ ਹੈ ਨਾ, ਉਹ ਜਿਸ ਵੇਲੇ ਮਰ ਜਾਵੇ ਅਤੇ ਅਸੀਂ ਸਾਰੇ ਇਸ ਜਗ੍ਹਾ 'ਤੇ ਇਕੱਠੇ ਹੋ ਜਾਂਦੇ ਹਾਂ ਅਤੇ ਇੱਕ ਪਰਿੰਦਾ ਉਹ ਜਿਸ ਵੇਲੇ ਛੱਡੀਦਾ, ਉਹ ਜਿਹਦੇ ਸਿਰ 'ਤੇ ਬਹਿ ਜੇ ਅਸੀਂ ਉਹਨੂੰ ਆਪਣਾ ਬਾਦਸ਼ਾਹ ਮੰਨ ਲੈਂਦੇ ਹਾਂ। ਉਹਨੇ ਸਮਝਿਆ ਕਿ ਝੂਠ ਬੋਲਦਾ ਪਿਆ ਅਤੇ ਉਹਨੇ ਕਿਸੇ ਹੋਰ ਦੂਸਰੇ ਬੰਦੇ ਨਾਲ ਰਾਬਤਾ ਕੀਤਾ। ਉਹ ਜਿਸ ਵੇਲੇ ਦੂਸਰੇ ਬੰਦੇ ਨਾਲ ਰਾਬਤਾ ਕੀਤਾ ਅਤੇ ਉਹਨੇ ਵੀ ਦੱਸਿਆ ਕਿ ਜਨਾਬ ਸਾਡਾ ਬਾਦਸ਼ਾਹ ਮਰ ਗਿਆ ਅਤੇ ਅਸੀਂ ਜਨਾਬ ਜਿਹੜਾ ਹੈ ਇਹ ਮਾਮਲਾਤ ਬਾਦਸ਼ਾਹਤ ਜਿਹੜੀ ਹੈ ਉਹ ਦੂਸਰੇ ਬੰਦੇ ਦੇ ਹਵਾਲੇ ਕਰਨ ਚੱਲੇ ਹਾਂ ਅਤੇ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਪਰਿੰਦਾ ਛੱਡਿਆ ਜਾਏ ਜਿਹਦੇ ਸਿਰ 'ਤੇ ਬੈਠੇ ਉਹਨੂੰ ਅਸੀਂ ਆਪਣਾ ਬਾਦਸ਼ਾਹ ਮੁੰਤਖਬ ਕਰ ਲਈਏ। ਖੈਰ ਉਹ ਜਿਹੜਾ ਜਲਾਇਆ ਸੀ ਉਹ ਵੀ ਉਹਨਾਂ 'ਚ ਖੜਾ ਹੋ ਗਿਆ। ਕੁਛ ਦੇਰ ਉਹਨਾਂ ਨੇ ਕੁਛ ਐਲਾਨਾਤ ਕੀਤੇ, ਉਸ ਤੋਂ ਬਾਅਦ ਉਹਨਾਂ ਨੇ ਉਹ ਪਰਿੰਦੇ ਨੂੰ ਛੱਡਿਆ ਅਤੇ ਜਿਸ ਵੇਲੇ ਉਹ ਪਰਿੰਦਾ ਛੱਡਿਆ ਅਤੇ ਪਰਿੰਦਾ ਚੱਕਰ ਕੱਟਦਾ ਜਨਾਬ ਅਖੀਰ ਆ ਕੇ ਉਸ ਜਲਾਏ ਦੇ ਸਿਰ 'ਤੇ ਬਹਿ ਗਿਆ। ਜਿਸ ਵੇਲੇ ਉਸ ਜਲਾਏ ਦੇ ਸਿਰ 'ਤੇ ਬਹਿ ਗਿਆ ਅਤੇ ਉਹਨਾਂ ਨੇ ਉਹਨੂੰ ਚੁੱਕਿਆ, ਮੋਢਿਆਂ 'ਤੇ ਚੁੱਕ ਲਿਆ, ਨਾਅਰੇਬਾਜ਼ੀ ਕੀਤੀ, ਹਾਂਜੀ, ਜੋਸ਼ ਜਜ਼ਬੇ ਦਾ ਇਜ਼ਹਾਰ ਕੀਤਾ ਅਤੇ ਉਸ ਤੋਂ ਬਾਅਦ ਉਹਦੀ ਬਕਾਇਦਾ ਇੱਕ ਤਾਜਪੋਸ਼ੀ ਹੋਈ ਅਤੇ ਉਹਨੂੰ ਬਾਦਸ਼ਾਹਤ ਦਾ ਤਾਜ ਜਿਹੜਾ ਉਹਦੇ ਸਿਰ 'ਤੇ ਪਹਿਨਾ ਦਿੱਤਾ ਗਿਆ। ਜਿਸ ਵੇਲੇ ਬਾਦਸ਼ਾਹਤ ਦਾ ਤਾਜ ਪਹਿਨਾਇਆ ਗਿਆ ਅਤੇ ਉਹ ਜਲਾਇਆ ਵਿਚਾਰਾ ਬੜਾ ਸਾਦਾ ਇਨਸਾਨ ਸੀ, ਉਹਨੂੰ ਕੋਈ ਸਮਝ ਤੇ ਆਣੀ ਕੋਈ ਨਹੀਂ ਸੀ। ਉਹਨੇ ਪੁੱਛਿਆ ਕਿ ਯਾਰ ਮੈਨੂੰ ਕੀ ਕਰੂਓ ਤੁਸੀਂ? ਉਹਨੇ ਕਿਹਾ ਯਾਰ ਤੂੰ ਸਾਡਾ ਬਾਦਸ਼ਾਹ ਹੈ ਅੱਜ ਤੋਂ ਬਾਅਦ। ਉਹਨੇ ਕਿਹਾ ਬਾਦਸ਼ਾਹ? ਅਤੇ ਮੈਨੂੰ ਤਾਂ ਕੋਈ ਕੰਮ ਕਾਜ ਦਾ ਪਤਾ ਕੋਈ ਨਹੀਂ ਗਾ, ਮੈਂ ਕੀ ਬਾਦਸ਼ਾਹਤ ਹੁੰਦੀ ਹੈ, ਕੀ ਗੱਲ ਹੈ, ਕੀ ਬਾਤ ਹੈ, ਅਤੇ ਕੀ ਮੈਨੂੰ ਕਰਨਾ ਪਏਗਾ? ਉਹਨੇ ਕਿਹਾ ਕੁਛ ਨਹੀਂ ਕਰਨਾ, ਤੂੰ ਤਾਜੋ ਤਖਤ 'ਤੇ ਬਹਿਣਾ ਅਤੇ ਜੋ ਹੁਕਮ ਕਰੇਗਾ ਤੇਰਾ ਹੁਕਮ ਪੂਰਾ ਹੋ ਜਾਏਗਾ, ਤੂੰ ਮੁਲਕ ਦਾ ਬਾਦਸ਼ਾਹ ਹੈ, ਮੁਲਕ ਦਾ ਸਰਬਰਾਹ ਹੈ ਸਾਰਾ। ਉਹਨੇ ਕਿਹਾ ਅੱਛਾ ਜੀ। ਉਹਨੇ ਕਿਹਾ ਮੈਂ ਜੋ ਕਹਾਂਗਾ ਹੋਏਗਾ? ਉਹਨੇ ਕਿਹਾ ਬਿਲਕੁਲ, ਤੁਸੀਂ ਜੋ ਆਰਡਰ ਕਰੋਗੇ ਉਸੇ ਵੇਲੇ 1 ਮਿੰਟ ਦੇ ਵਿੱਚ ਉਹ ਸਾਰਾ ਕੰਮ ਹੋਏਗਾ। ਉਹਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨੇ ਕਿਹਾ ਠੀਕ ਹੈ ਜੀ। ਦਿਲ 'ਚ ਸੋਚਿਆ ਕਿ ਚਲੋ ਯਾਰ ਜ਼ਿੰਦਗੀ ਦੇ 4 ਦਿਨ ਅਸੀਂ ਵੀ ਜਿਹੜੇ ਨਾ ਕੋਈ ਚੀਜ਼ਾਂ ਚੰਗੀਆਂ ਖਾ ਲਾਂਗੇ, ਇਹ ਕਹਿੰਦੇ ਨੇ ਕਿ ਜੋ ਤੂੰ ਕਹੇਂਗਾ ਉਹ ਹੋਏਗਾ। ਖੈਰ ਉਹਨੇ ਚੈੱਕ ਕਰਨ ਵਾਸਤੇ ਹੁਕਮ ਕੀਤਾ ਕਿ ਹਲਵਾ ਪੇਸ਼ ਕੀਤਾ ਜਾਏ। ਉਹ ਬਹੁਤ ਅੱਛਾ ਮਤਲਬ ਪਿਸਤੇ, ਬਦਾਮ, ਅਖਰੋਟਾਂ ਵਾਲਾ ਹਲਵਾ ਤਿਆਰ ਕਰਕੇ ਉਹਨੂੰ ਦਿੱਤਾ ਗਿਆ। ਉਹਨੇ ਜੁਲਾਏ ਨੇ ਜਿਸ ਵੇਲੇ ਖਾਧਾ ਉਹਨੂੰ ਬੜਾ ਮਜ਼ਾ ਆਇਆ। ਉਹਨੇ ਅੱਲਾ ਦਾ ਸ਼ੁਕਰ ਅਦਾ ਕੀਤਾ ਕਿ ਯਾ ਅੱਲਾ ਤੇਰਾ ਸ਼ੁਕਰ ਹੈ, ਜ਼ਿੰਦਗੀ ਦੇ ਵਿੱਚ ਤਾਂ ਕਦੀ ਇਹਦੇ ਨਾਲ ਦਾ ਹਲਵਾ ਖਾਧਾ ਨਹੀਂ ਅਤੇ ਅੱਜ ਬੜਾ ਜ਼ਬਰਦਸਤ ਕਿਸਮ ਦਾ ਹਲਵਾ ਜਿਹੜਾ ਉਹ ਖਾਣ ਨੂੰ ਮਿਲ ਗਿਆ। ਅਤੇ ਉਹ ਹਲਵੇ ਦਾ ਬੜਾ ਸ਼ੌਕੀਨ ਸੀ। ਉਹਨੇ ਜਿਸ ਵੇਲੇ ਜ਼ਰਾ ਕੁ ਉਹਨੂੰ ਭੁੱਖ ਲੱਗਣੀ, ਉਹਦੇ ਵਜ਼ੀਰਾਂ ਨੇ ਜਾਂ ਉਹਨੂੰ ਪੁੱਛਣਾ ਕਿ ਬਾਦਸ਼ਾਹ ਸਲਾਮਤ ਕੋਈ ਹੁਕਮ? ਉਹਨੇ ਕਹਿਣਾ ਹਲਵਾ ਲੈ ਆਓ। ਅਤੇ ਹਲਵਾ ਖਾ ਕੇ ਜਨਾਬ ਉਹਨੇ ਆਪਣਾ ਜਿਹੜਾ ਦਿਲ ਦਾ ਸ਼ੌਕ ਸੀ ਜਿਹੜਾ ਉਹਦਾ ਉਹ ਪੂਰਾ ਕੀਤਾ। ਖੈਰ ਇਹੋ ਜਿਹੀਆਂ ਗੱਲਾਂ ਕਦੋਂ ਛੁਪੀਆਂ ਰਹਿੰਦੀਆਂ ਨੇ। ਨਾਲ ਦੀ ਬਾਦਸ਼ਾਹਤ ਜਿਹੜੀ ਸੀ ਉਹਨਾਂ ਕੋਲ ਇਤਲਾਹ ਪਹੁੰਚ ਗਈ ਕਿ ਇਸ ਮੁਲਕ ਦੇ ਵਿੱਚ ਇੱਕ ਬੜਾ ਸਾਦਾ ਕਿਸਮ ਦਾ ਬੰਦਾ ਜਿਹੜਾ ਹੈ ਉਹ ਬਾਦਸ਼ਾਹ ਬਣ ਗਿਆ ਹੈ, ਜਿਹਨੂੰ ਕੋਈ ਅਕਲ ਸ਼ਊਰ ਨਹੀਂ ਹੈ, ਬਾਦਸ਼ਾਹਤ ਕਰਨ ਦਾ ਤਰੀਕਾ ਨਹੀਂ ਆਉਂਦਾ ਅਤੇ ਉਹ ਸਿਰਫ ਇਹੋ ਹੀ ਆਰਡਰ ਕਰਦਾ ਹੈ ਕਿ ਜੀ ਹਲਵਾ ਲੈ ਆਓ ਅਤੇ ਹਲਵਾ ਖਾਂਦਾ ਹੈ ਅਤੇ ਫਿਰ ਬੈਠਾ ਰਹਿੰਦਾ, ਸੌਂ ਰਹਿੰਦਾ। ਉਹ ਬਾਦਸ਼ਾਹ ਨੇ ਪਲਾਨਿੰਗ ਕੀਤੀ ਕਿ ਕਿਉਂ ਨਾ ਇਸ ਮੁਲਕ 'ਤੇ ਹਮਲਾ ਕਰ ਦੇ, ਇਸ ਮੁਲਕ ਨੂੰ ਇਹ 'ਤੇ ਕਬਜ਼ਾ ਕਰ ਲਿੱਤਾ ਜਾਏ। ਉਹਨਾਂ ਨੇ ਜਨਾਬ ਦੂਸਰੇ ਮੁਲਕ ਵਾਲਿਆਂ ਨੇ ਉਹ 'ਤੇ ਕਬਜ਼ਾ ਕਰਨ ਵਾਸਤੇ ਐਲਾਨ ਜੰਗ ਕਰ ਦਿੱਤਾ। ਜਿਸ ਵੇਲੇ ਐਲਾਨ ਜੰਗ ਕਰ ਦਿੱਤਾ ਅਤੇ ਉਹ ਵਜ਼ੀਰ ਸਫੀਰ ਜਿਹੜੇ ਸਨ ਉਹਨਾਂ ਆ ਕੇ ਬਾਦਸ਼ਾਹ ਸਲਾਮਤ ਨੂੰ ਕਿਹਾ ਕਿ ਬਾਦਸ਼ਾਹ ਸਲਾਮਤ, ਨਾਲ ਦੇ ਮੁਲਕ ਵਾਲਿਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਉਹਨੇ ਕਿਹਾ ਫੌਰੀ ਤੌਰ 'ਤੇ ਹਲਵਾ ਲਿਆਓ। ਉਹ ਹਲਵਾ ਖਾਂਦਾ ਪਿਆ ਸੀ ਅਤੇ ਉਹ ਫਿਰ ਫੋਰਸ ਜਿਹੜੀ ਹੈ ਉਹਨਾਂ ਦੀ ਉਹ ਅੰਦਰ ਆਏ। ਉਹਨਾਂ ਕਿਹਾ ਬਾਦਸ਼ਾਹ ਸਲਾਮਤ, ਕਿਲ੍ਹੇ ਨੂੰ ਘੇਰਾ ਪਾ ਲਿਆ,
ਉਹ ਫੋਰਸ ਉਹਨਾਂ ਦੀ ਜਿਹੜੀ ਹੈ ਸਾਡੇ ਮੁਲਕ ਦੇ ਅੰਦਰ ਆ ਗਈ ਹੈ ਅਤੇ ਕੋਈ ਆਰਡਰ ਕਰੋ। ਉਹਨੇ ਕਿਹਾ ਹਲਵਾ ਲਿਆਓ। ਉਹ ਹਲਵਾ ਗਰਮਾ ਗਰਮ ਜਿਸ ਵੇਲੇ ਉਹਦੇ ਅੱਗੇ ਆਇਆ ਅਤੇ ਉਨੀ ਦੇਰ ਉਹ ਫੋਰਸ ਜਿਹੜੀ ਹੈ ਉਹਨਾਂ ਨੇ ਆ ਕੇ ਮੁਲਕ 'ਤੇ ਕਬਜ਼ਾ ਕਰ ਲਿਆ। ਉਹਦੇ 'ਤੇ ਗਨ ਪੁਆਇੰਟ 'ਤੇ ਉਹਦੇ 'ਤੇ ਰੱਖ ਦਿੱਤੀ, ਗਨ ਰੱਖ ਦਿੱਤੀ। ਉਹਨੇ ਕਿਹਾ ਵੀ ਤੂੰ ਰੈਸਟ ਹੈ, ਤੇਰੇ ਮੁਲਕ 'ਤੇ ਅਸੀਂ ਕਬਜ਼ਾ ਕਰ ਲਿਆ। ਉਹਨੇ ਕਿਹਾ ਜੀ ਫੇਰ? ਉਹਨੇ ਕਿਹਾ ਹੁਣ ਇਹ ਮੁਲਕ ਸਾਡਾ ਹੈ। ਉਹਨੇ ਕਿਹਾ ਜੀ ਕੋਈ ਗੱਲ ਨਹੀਂ। ਉਹਨੇ ਕਿਹਾ ਤੂੰ ਬਾਦਸ਼ਾਹ ਹੈ, ਤੂੰ ਕੀ ਕਰਨ ਆਇਆ ਸੈਂ? ਤੈਨੂੰ ਕੋਈ ਪਤਾ ਨਹੀਂ ਕਿ ਤੈਨੂੰ ਕੋਈ ਅਫਸੋਸ ਨਹੀਂ ਕਿ ਤੇਰੇ ਮੁਲਕ 'ਤੇ ਕਬਜ਼ਾ ਹੋ ਗਿਆ? ਉਹਨੇ ਕਿਹਾ ਨਹੀਂ ਜੀ, ਅਸੀਂ ਤਾਂ ਹਲਵਾ ਖਾਣ ਆਏ ਸਾਂ ਅਤੇ ਹਲਵਾ ਖਾ ਲਿਆ ਅਤੇ ਹੁਣ ਅਸੀਂ ਚੱਲਨੇ ਹਾਂ। ਅਤੇ ਦੋਸਤੋ ਸੋ ਹਿਸਾਬ ਸਾਡੇ ਮੁਲਕ ਦਾ ਹੈ। ਸਾਡੇ ਮੁਲਕ ਦੇ ਹੁਕਮਰਾਨ ਜਿਹੜੇ ਨੇ, ਜਿਹੜੇ ਨਵੇਂ ਟਰਾਈਆਂ ਅਸੀਂ ਕਰਨੇ ਆ, ਉਹ ਵੀ ਤਾਂ ਇਹੋ ਹੀ ਹਾਲ ਹੈ ਨਾ। ਜਿਹੜੇ ਕਹਿੰਦੇ ਨੇ ਜੀ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਗਾ ਜੀ, ਸਾਨੂੰ ਤਾਂ ਅਜੇ ਤਰੀਕਾ ਨਹੀਂ ਆਉਂਦਾ ਕਿ ਅਸੀਂ ਕਿਸ ਤਰ੍ਹਾਂ ਹੁਕੂਮਤ ਕਰਨੀ ਹੈ। ਅਤੇ ਬਾਅਦ 'ਚ ਫਿਰ ਉਹ ਕਹਿੰਦੇ ਨੇ ਕਿ ਜਨਾਬ ਠੀਕ ਹੈ ਜੀ, ਸਾਡੇ ਨਾਲ ਜ਼ਿਆਦਤੀਆਂ ਹੋ ਗਈਆਂ ਨੇ। ਚਲੋ ਖੈਰ, ਅੱਲਾਹ ਤਾਲਾ ਸਾਡੇ ਮੁਲਕ ਦਾ ਹਾਮੀ ਓ ਨਾਸਰ ਹੋਵੇ। ਗੱਲ ਦੀ ਸਮਝ ਆ ਗਈ ਹੋਏ ਅਤੇ ਗੱਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਜਿਹੜੇ ਦੋਸਤ ਚੈਨਲ 'ਚ ਨਵੇਂ ਨੇ ਸਬਸਕ੍ਰਾਈਬ ਕਰਕੇ ਚੈਨਲ 'ਚ ਸ਼ਾਮਿਲ ਹੋ ਜਾਓ। ਬਸ਼ਰਤੇ ਜ਼ਿੰਦਗੀ। ਕੱਲ੍ਹ ਫਿਰ ਇੱਕ ਨਵੀਂ ਵੀਡੀਓ ਨਾਲ ਗੱਲ ਕਰਾਂਗਾ, ਪੇਸ਼ ਹੋਵਾਂਗਾ। ਕੱਲ੍ਹ ਤੱਕ ਇਜਾਜ਼ਤ। ਅੱਲਾ ਹਾਫਿਜ਼।